So, students, in this video, we will talk about inducible operon system, and the example of inducible operon system is the lac operon, right? Lac here is lactose. ਸਭ ਨੂੰ ਪਤਾ ਹੈ ਇੱਕ ਡਾਇਸੈਕਰਾਈਡ ਹੈ ਲੈਕਟੋਜ਼ ਜਿਹੜਾ ਗਲੂਕੋਜ਼ ਪਲੱਸ ਗਲੈਕਟੋਜ਼ ਨੂੰ ਮਿਲ ਕੇ ਬਣਦਾ ਹੈ, ਰਾਈਟ? ਗਲੂਕੋਜ਼ ਪਲੱਸ ਗਲੈਕਟੋਜ਼। ਐਂਡ ਜਿਹੜਾ ਅਸੀਂ ਐਗਜ਼ਾਮਪਲ ਲੈਕ ਓਪੇਰੋਨ ਦੀ ਪੜ੍ਹਨੀ ਉਹ ਅਸੀਂ ਪ੍ਰੋਕੈਰੀਓਟਸ ਦੇ ਕੇਸ ਦੇ ਵਿੱਚ ਪੜ੍ਹਨੀ, ਉਹ ਵੀ ਮੇਨਲੀ ਬੈਕਟੀਰੀਆ ਦੇ ਕੇਸ ਦੇ ਵਿੱਚ, ਰਾਈਟ? ਸੋ ਜੈਕਬ ਤੇ ਮੋਨੋਡ ਨੇ 1961 ਦੇ ਵਿੱਚ ਓਪੇਰੋਨ ਮਾਡਲ ਜਿਹੜਾ ਹੈ ਉਹ ਦਿੱਤਾ। ਜੈਕਬ ਤੇ ਮੋਨੋਡ ਨੇ 1961 ਦੇ ਵਿੱਚ ਪ੍ਰਪੋਜ਼ ਕੀਤਾ, ਤੁਸੀਂ ਕਹਿ ਲਓ ਜੀਨ ਰੈਗੂਲੇਸ਼ਨ ਦਾ ਇਹ ਵਾਲਾ ਮਾਡਲ, ਠੀਕ ਹੈ? ਹੁਣ ਓਪੇਰੋਨ ਕੀ ਹੁੰਦਾ ਪਹਿਲਾਂ ਅਸੀਂ ਉਹ ਦੇਖ ਲਈਏ, ਫਿਰ ਲੈਕ ਓਪੇਰੋਨ ਨੂੰ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ। ਵਾਟ ਐਕਚੁਅਲੀ ਇਜ਼ ਓਪੇਰੋਨ? ਓਪੇਰੋਨ ਜਿਹੜਾ ਹੈ, ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਬੇਟਾ ਓਪੇਰੋਨ ਕੀ ਹੈ। ਜਿਵੇਂ ਇੱਥੇ ਇੱਕ ਸਟਰਕਚਰਲ ਜੀਨ ਹੈ ਜਿਹਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਣਾ ਹੈ, ਟਰਾਂਸਕ੍ਰਿਪਸ਼ਨ, ਟਰਾਂਸਲੇਸ਼ਨ, ਇਹਦੇ ਨਾਲ ਕੁਝ ਹੋਰ ਸੈੱਟ ਆਫ ਜੀਨਸ, ਕੋਈ ਰੈਗੂਲੇਟਰ ਜੀਨ, ਪ੍ਰਮੋਟਰ ਜੀਨ, ਆਪਰੇਟਰ ਜੀਨ, ਜਿਹੜੇ ਇਕੱਠੇ ਇਹ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਦੇ ਨੇ। ਸਾਰੇ ਕਿੱਚ ਕੰਮ ਕਰਦੇ ਨੇ? ਕੋਆਰਡੀਨੇਸ਼ਨ ਦੇ ਵਿੱਚ। ਉਹ ਇਹ ਸੈੱਟ ਆਫ ਜੀਨਸ ਨੂੰ ਅਸੀਂ ਕੀ ਬੋਲਦੇ ਹਾਂ? ਓਪੇਰੋਨ। ਸੋ ਜਿਹੜਾ ਅਸੀਂ ਓਪੇਰੋਨ ਦੀ ਡੈਫੀਨੇਸ਼ਨ ਹੈ ਕਿ ਕੋਆਰਡੀਨੇਟਡ ਗਰੁੱਪ ਆਫ ਜੀਨ, ਮੈਂ ਕਿਹਾ ਨਾ ਸੈੱਟ ਆਫ ਜੀਨ ਜਿਹੜੇ ਇੱਕ ਦੂਜੇ ਨਾਲ ਕੋਆਰਡੀਨੇਸ਼ਨ 'ਚ ਕੰਮ ਕਰਦੇ ਨੇ, ਅਤੇ ਉਹ ਜਿਹੜਾ ਸੈੱਟ ਆਫ ਜੀਨ ਹੈ, ਗਰੁੱਪ ਆਫ ਜੀਨ, ਉਹ 'ਚ ਕਿਹੜੇ ਕਿਹੜੇ ਜੀਨਸ ਆਉਣਗੇ? ਸਟਰਕਚਰਲ ਜੀਨ, ਆਪਰੇਟਰ ਜੀਨ, ਪ੍ਰਮੋਟਰ ਜੀਨ, ਰੈਗੂਲੇਟਰ, ਜਿਹੜੇ ਇਕੱਠੇ ਫੰਕਸ਼ਨ ਕਰਨਗੇ ਅਤੇ ਕਿਸੇ ਵੀ ਮੈਟਾਬੋਲਿਕ ਪਾਥਵੇ ਜਾਂ ਕੋਈ ਵੀ ਐਸਾ ਸਿਸਟਮ ਹੈ ਤੁਹਾਡੀ ਬੋਡੀ ਦਾ, ਉਹਨੂੰ ਰੈਗੂਲੇਟ ਕਰਨਗੇ। ਦੋ ਐਗਜ਼ਾਮਪਲ ਨੇ, ਲੈਕ ਓਪੇਰੋਨ ਅਤੇ ਟ੍ਰਿਪ ਓਪੇਰੋਨ। ਅਸੀਂ ਲੈਕ ਓਪੇਰੋਨ ਡਿਟੇਲ ਦੇ ਵਿੱਚ ਡਿਸਕਸ ਕਰਨਾ ਹੈ, ਗਿਵਨ ਬਾਏ ਜੈਕਬ ਐਂਡ ਮਾਡਲ। 1961 'ਚ ਉਹਨਾਂ ਨੇ ਓਪੇਰੋਨ ਮਾਡਲ ਦਿੱਤਾ ਸੀ। ਸੋ ਆਪਾਂ ਲੈਕ ਓਪੇਰੋਨ ਸਟਾਰਟ ਕਰਨਾ, ਜਿਹੜਾ ਈ ਕੋਲਾਏ, ਸਕਰਸ਼ੀਆ ਕੋਲਾਏ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਰਾਈਟ? ਸੋ ਆਪਾਂ ਡਾਇਗਰਾਮ ਤੋਂ ਦੇਖਾਂਗੇ ਅਤੇ ਹੌਲੀ ਹੌਲੀ ਅਸੀਂ ਦੇਖਾਂਗੇ ਕਿ ਇਕੱਲਾ ਇਕੱਲਾ ਜਿਹੜਾ ਓਪੇਰੋਨ ਦਾ ਪਾਰਟ ਹੈ, ਓਪੇਰੋਨ ਕਾਹਦਾ? ਗਰੁੱਪ ਆਫ ਜੀਨਸ, ਸੈੱਟ ਆਫ ਜੀਨਸ, ਕੋਆਰਡੀਨੇਟਡ ਗਰੁੱਪ ਆਫ ਜੀਨਸ। ਉਹ ਕਿਹੜੇ ਕਿਹੜੇ ਜੀਨਸ ਨੇ? ਇਕੱਲਾ ਇਕੱਲਾ ਜੀਨਸ ਪੜ੍ਹਨਾ। ਸਟਰਕਚਰਲ ਜੀਨ ਕੀ ਹੁੰਦੇ, ਆਪਰੇਟਰ ਕੀ ਹੁੰਦਾ, ਪ੍ਰਮੋਟਰ ਕੀ ਹੁੰਦਾ, ਅਸੀਂ ਉਹ ਸਟੱਡੀ ਕਰਦੇ ਹਾਂ, ਠੀਕ ਹੈ? ਸੋ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਦੇਖਾਂਗੇ। ਸੋ ਡਾਇਗਰਾਮ ਤੋਂ ਸਾਨੂੰ ਬਹੁਤ ਕਲੀਅਰ ਹੋਏਗਾ ਕਿ ਅਸੀਂ ਕਰਨਾ ਕੀ ਹੈ, ਠੀਕ ਹੈ? ਸਭ ਤੋਂ ਪਹਿਲਾਂ ਅਸੀਂ ਜਿਹੜਾ ਮੇਨ ਚੀਜ਼ ਪੜ੍ਹਨੀ ਉਹ ਹੈ ਸਟਰਕਚਰਲ ਜੀਨ। ਅਸੀਂ ਲੈਕ ਓਪੇਰੋਨ ਪੜ੍ਹ ਰਹੇ ਹਾਂ। ਪਹਿਲਾ ਜੀਨ, ਪਹਿਲੀ ਟਾਈਪ ਆਫ ਜੀਨ, ਇਹ ਸਕਰਸ਼ੀਆ ਕੋਲਾਏ ਦੇ ਵਿੱਚ ਹੈ। ਈ ਕੋਲਾਏ ਦੇ ਕੇਸ ਦੇ ਵਿੱਚ ਲੈਕ ਓਪੇਰੋਨ ਹੈ। ਸਕਰਸ਼ੀਆ ਕੋਲਾਏ ਦੇ ਕੇਸ ਦੇ ਵਿੱਚ ਅਸੀਂ ਲੈਕ ਓਪੇਰੋਨ ਸਟੱਡੀ ਕਰ ਰਹੇ ਹਾਂ, ਅਤੇ ਇਹਦੇ ਵਿੱਚ ਆਪਾਂ ਦੇਖਣਾ ਸਭ ਤੋਂ ਪਹਿਲਾਂ ਕਿਹੜਾ ਜੀਨ ਹੈ ਜਿਹੜਾ ਅਸੀਂ ਸਟੱਡੀ ਕਰਨਾ, ਉਹ ਹੈ ਸਟਰਕਚਰਲ ਜੀਨਸ। ਕੀ ਹੁੰਦਾ ਸਟਰਕਚਰਲ ਜੀਨਸ? ਇਹ ਉਹ ਜੀਨ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਣਾ ਹੈ, ਰਾਈਟ? ਇਹ ਉਹ ਜੀਨ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾ ਕੇ ਫਰਦਰ ਕੀ ਬਣਾਉਣੇ ਆ? mRNA, ਦੈਨ ਫਿਰ ਕੀ ਬਣਾਉਣਾ? ਪ੍ਰੋਟੀਨਸ, ਠੀਕ ਹੈ? ਸੋ ਕਿਹੜੇ 3 ਟਾਈਪ ਆਫ ਜੀਨਸ, ਸਟਰਕਚਰਲ ਜੀਨਸ ਆਰ ਪ੍ਰੈਜ਼ੈਂਟ ਇਨ ਲੈਕ ਓਪੇਰੋਨ ਇਨ ਸਕਰਸ਼ੀਆ ਕੋਲਾਏ? Z, Y ਐਂਡ A। ਇਹਨੂੰ ਲੈਕ Z, ਲੈਕ Y ਅਤੇ ਲੈਕ A ਵੀ ਕਹਿੰਦੇ। LAC ਮੀਨਸ ਲੈਕਟੋਜ਼, ਲੈਕ Z, ਲੈਕ Y ਅਤੇ ਲੈਕ A। ਹੁਣ ਇਹਨਾਂ ਤਿੰਨਾਂ ਦਾ ਕੀ ਕੰਮ ਹੈ? ਇਹ ਤਿੰਨੋਂ ਜਿਹੜੇ ਜੀਨਸ ਨੇ, ਓਬਵੀਅਸ ਜੀ ਗੱਲ ਹੈ, ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਣਗੇ mRNA ਤੋਂ ਫਰਦਰ ਕੀ ਬਣੇਗਾ? ਪ੍ਰੋਟੀਨਸ। ਅਤੇ ਤਿੰਨੋਂ ਜੀਨਸ ਅਲੱਗ ਅਲੱਗ ਤਰ੍ਹਾਂ ਦੇ ਐਨਜ਼ਾਈਮਸ ਬਣਾਉਂਦੇ ਹੈ। ਲੈਟ ਅਸ ਫਸਟ ਡਿਸਕਸ ਕਿ Z ਕਿਹੜੀ ਐਨਜ਼ਾਈਮ ਬਣਾਉਂਦਾ ਹੈ। Z ਬਣਾਉਂਦਾ ਬੇਟਾ ਬੀਟਾ ਗਲੈਕਟੋਸਾਈਡੇਜ਼, ਠੀਕ ਹੈ? ਬੀਟਾ ਗਲੈਕਟੋਸਾਈਡੇਜ਼ ਦਾ ਬੇਟਾ ਫਰਦਰ ਕੰਮ ਕੀ ਹੈ? ਇਹ ਲੈਕਟੋਜ਼ ਨੂੰ ਤੋੜਦਾ ਹੈ ਅਤੇ ਕੀ ਬਣਾਉਂਦਾ? ਗਲੂਕੋਜ਼, ਜਿਹਦਾ ਇਹ ਬਣੇ ਹੁੰਦੇ ਆ, ਪਲੱਸ ਗਲੈਕਟੋਜ਼। ਮੈਂ ਰਿਪੀਟ ਕਰਦੀ ਹਾਂ, ਦਿਸ ਐਨਜ਼ਾਈਮ ਜਿਹੜਾ Z ਜੀਨ ਦੇ ਐਕਸਪ੍ਰੈਸ਼ਨ ਨਾਲ ਬਣੀ ਹੈ, ਬੀਟਾ ਗਲੈਕਟੋਸਾਈਡੇਜ਼, ਬੈਟਰ ਹੈ ਮੈਂ ਐਰੋ ਇੱਥੇ ਪਾ ਦਿੰਦੀ ਹਾਂ। ਜਿਹੜੀ ਐਨਜ਼ਾਈਮ ਲੈਕ Z ਜੀਨ ਦੇ ਐਕਸਪ੍ਰੈਸ਼ਨ ਤੋਂ ਬਾਅਦ ਬਣੀ ਹੈ, ਬੀਟਾ ਗਲੈਕਟੋਸਾਈਡੇਜ਼, ਇਹਦਾ ਕੰਮ ਕੀ ਹੈ? ਇਟ ਕਨਵਰਟਸ ਲੈਕਟੋਜ਼ ਟੂ ਗਲੂਕੋਜ਼ ਐਂਡ ਗਲੈਕਟੋਜ਼। ਕਿੱਚ ਟੁੱਟੇਗਾ ਇਹ? ਗਲੂਕੋਜ਼ ਐਂਡ ਗਲੈਕਟੋਜ਼। ਕਿਹੜੀ? ਬੀਟਾ ਗਲੈਕਟੋਸਾਈਡੇਜ਼, ਠੀਕ ਹੈ? ਡਨ ਹੋ ਗਿਆ। ਸੈਕਿੰਡ ਇਜ਼ ਲੈਕ Y ਜੀਨ। ਇਹ ਜੀਨ ਜਦੋਂ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਂਦਾ mRNA ਤੋਂ ਫਰਦਰ ਪ੍ਰੋਟੀਨ, ਕਿਹੜੀ ਐਨਜ਼ਾਈਮ ਬਣੀ? ਪਰਮੀਏਜ਼। ਬੇਟਾ ਨਾਮ ਸੁਜੈਸਟ ਕਰ ਰਿਹਾ। ਹੁਣ ਪਰਮੀਏਜ਼ ਕੀ ਕਰਦੀ? ਧਿਆਨ ਨਾਲ ਅੰਡਰਸਟੈਂਡ ਕਰਨਾ। ਪਰਮੀਏਜ਼ ਐਨਜ਼ਾਈਮ
ਇਨਕਰੀਜ਼ ਕਰਦੀ ਹੈ ਪਰਮੇਬਿਲਿਟੀ ਆਫ ਦਿਸ ਬੀਟਾ ਗਲੈਕਟੋਸਾਈਡੇਜ਼, ਕਿਉਂਕਿ ਬੀਟਾ ਗਲੈਕਟੋਸਾਈਡੇਜ਼ ਨੇ ਅੱਗੇ ਕੰਮ ਕਰਨਾ ਨਾ, ਅੰਦਰ ਇਹਨੂੰ ਤੋੜਨਾ ਹੈ, ਤਾਂ ਬੀਟਾ ਗਲੈਕਟੋਸਾਈਡੇਜ਼ ਸੈੱਲ ਦੇ ਅੰਦਰ ਵੀ ਤਾਂ ਜਾਣੀ ਚਾਹੀਦੀ ਹੈ। ਸੈੱਲ ਦੇ ਅੰਦਰ ਜਾਣ ਲਈ ਉਹਨੂੰ ਪਰਮਿਸ਼ਨ ਚਾਹੀਦੀ ਹੈ, ਪਰਮੀਏਬਿਲਿਟੀ ਹੋਣੀ ਚਾਹੀਦੀ। ਸੋ ਪਰਮੀਏਬਿਲਿਟੀ ਮੀਨਸ ਉਹਦੇ ਚੋਂ ਨਿਕਲਣਾ, ਪਰਮੀਏਬਲ। ਸੋ ਪਰਮੀਏਜ਼ ਐਂਜ਼ਾਈਮ ਇਸ ਐਂਜ਼ਾਈਮ ਨੂੰ ਇਹਦੀ ਪਰਮੀਏਬਿਲਿਟੀ ਨੂੰ ਵਧਾਉਂਦੀ ਹੈ, ਸੋ ਦੈਟ ਇਹ ਸੈੱਲ ਦੇ ਅੰਦਰ ਐਂਟਰ ਕਰ ਸਕੇ ਅਤੇ ਜਾ ਕੇ ਲੈਕਟੋਜ਼ ਨੂੰ ਬ੍ਰੇਕ ਡਾਊਨ ਕਰ ਸਕੇ, ਰਾਈਟ। ਥਰਡ, ਲੈਕ ਇਹ ਵਾਲਾ ਜਿਹੜਾ ਜੀਨ ਹੈ, ਜਦੋਂ ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਂਦਾ mRNA ਅਤੇ ਫਰਦਰ ਪ੍ਰੋਟੀਨ, ਕਿਹੜੀ ਐਂਜ਼ਾਈਮ ਬਣਦੀ ਹੈ? ਟਰਾਂਸ ਐਸੀਟਾਈਲੇਜ਼। ਹੁਣ ਇਹ ਕੀ ਕਰਦੀ ਹੈ? ਦਿਸ ਐਂਜ਼ਾਈਮ ਟਰਾਂਸਫਰਸ ਐਸੀਟਾਈਲ ਗਰੁੱਪ, ਇਹ ਐਸੀਟਾਈਲ ਗਰੁੱਪ ਨੂੰ ਟਰਾਂਸਫਰ ਕਰਦੀ ਹੈ ਟੂ ਬੀਟਾ ਗਲੈਕਟੋਸਾਈਡੇਜ਼। ਮੀਨਸ ਇਹ ਇਹਨੂੰ ਕਨਵਰਟ ਕਰ ਦਿੰਦੀ ਹੈ, ਇਹਨੂੰ ਚੇਂਜ ਕਰ ਦਿੰਦੀ, ਮੋਡੀਫਾਈ ਵਰਡ ਇੱਥੇ ਬੈਟਰ ਹੈ। ਇਹ ਐਸੀਟਾਈਲਾਈਜ਼ ਐਂਜ਼ਾਈਮ ਜਦੋਂ ਬਣਦੀ ਹੈ, ਟਰਾਂਸਫਰ ਕਰਦੀ ਹੈ ਐਸੀਟਾਈਲ ਗਰੁੱਪ ਟੂ ਬੀਟਾ ਗਲੈਕਟੋਸਾਈਡੇਜ਼, ਮੀਨਸ ਉਹਨੂੰ ਕੁਛ ਨਾ ਕੁਛ ਚੇਂਜ ਕਰਦੀ ਹੈ। ਸੋ ਬੇਟਾ ਇਹ ਸੀ 3 ਸਟਰਕਚਰਲ ਜੀਨ ਜਿਨ੍ਹਾਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਣਾ ਹੈ ਅਤੇ ਫਰਦਰ ਕੀ ਬਣਾਉਣੇ ਨੇ? ਪ੍ਰੋਟੀਨਸ, ਰਾਈਟ। ਨੈਕਸਟ ਆ ਗਿਆ ਬੇਟਾ ਸੈਕਿੰਡ, ਆਪਰੇਟਰ ਜੀਨ। ਸੈਕਿੰਡ ਕਿਹੜਾ ਜੀਨ ਆ ਗਿਆ? ਆਪਰੇਟਰ ਜੀਨਸ। ਹੁਣ ਮੈਂ ਤੁਹਾਨੂੰ ਇੱਥੇ ਸ਼ੋਅ ਕਰਦੀ ਹਾਂ, ਆਪਰੇਟਰ ਜੀਨ ਬਿਲਕੁਲ ਸਟਰਕਚਰਲ ਜੀਨ ਦੇ ਕੋਲ ਪਿਆ। ਦਿਸ ਇਜ਼ ਆਪਰੇਟਰ ਜੀਨ, ਦੇਖ ਰਹੇ ਹੋ ਜਿੱਥੇ ਬਲੈਕ ਕਲਰ ਦਾ ਡਾਟ ਹੈ, ਦਿਸ ਇਜ਼ ਆਪਰੇਟਰ ਜੀਨ। ਹੁਣ ਇਹ ਆਪਰੇਟਰ ਜੀਨ ਕੀ ਕਰਦਾ ਹੈ? ਇਹ ਦੇਖੋ, ਪਹਿਲਾਂ ਦੇਖ ਲਓ ਇਹਦੇ ਨਾਲ ਹੋਰ ਕਿਹੜੇ ਜੀਨ ਪਏ ਆ। ਜਿੱਥੇ ਆਈ ਲਿਖਿਆ ਦਿਸ ਇਜ਼ ਰੈਗੂਲੇਟਰ ਜੀਨ, ਜਿੱਥੇ ਪੀ ਲਿਖਿਆ ਉਹ ਪ੍ਰਮੋਟਰ ਜੀਨ, ਜਿੱਥੇ ਉਹ ਹੈ ਆਪਰੇਟਰ ਹੈ, ਇਹ ਸਟਰਕਚਰਲ ਜੀਨ ਹੈ। ਹੁਣ ਆਪਰੇਟਰ ਦਾ ਕੰਮ ਕੀ ਹੈ? ਪਹਿਲਾਂ ਇੱਕ ਸਿੰਪਲ ਲੈਂਗੁਏਜ 'ਚ ਸੁਣੋ। ਇਹ ਆਪਾਂ ਕਹਿੰਦੇ ਹਾਂ ਇਹ ਟਰੱਕ ਦਾ ਆਪਰੇਟਰ ਹੈ ਜਿਹੜਾ ਉਹਨੂੰ ਚਲਾਉਂਦਾ ਹੈ। ਇਹ ਟ੍ਰੇਨ ਆਪਰੇਟਰ ਹੈ, ਇਹ ਪਲੇਨ ਆਪਰੇਟਰ ਹੈ ਜਿਹੜਾ ਉਹਨੂੰ ਆਪਰੇਟ ਕਰਦਾ। ਇਹਦਾ ਮਤਲਬ ਆਪਰੇਟਰ ਜੀਨ ਨੇ ਸਟਰਕਚਰਲ ਜੀਨ ਨੂੰ ਆਪਰੇਟ ਕਰਨਾ ਹੈ। ਆਪਰੇਟ ਕਰਨ ਦਾ ਮਤਲਬ ਕੀ ਹੈ? ਉਹਨੂੰ ਜੇ ਆਪਰੇਟਰ ਜੀਨ ਚੱਲੂਗੇ ਤਾਂ ਸਟਰਕਚਰਲ ਜੀਨ ਫਰਦਰ ਕੰਮ ਕਰੂਗੀ, ਠੀਕ ਹੈ। ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਰੇਟਰ ਜੀਨ ਨੂੰ ਸਵਿਚ ਔਨ ਰੱਖਣਾ ਹੈ ਸੋ ਦੈਟ ਸਟਰਕਚਰਲ ਜੀਨਸ ਫਰਦਰ ਕੰਮ ਕਰ ਸਕਣ, ਰਾਈਟ। ਸਾਨੂੰ ਆਪਰੇਟਰ ਜੀਨ ਨੂੰ ਸਵਿਚ ਔਨ, ਜਾਂ ਆਪਰੇਟਰ ਜੀਨ ਸਵਿਚ ਔਨ ਹੋਏਗਾ ਤਾਂ ਹੀ ਸਟਰਕਚਰਲ ਜੀਨ ਐਕਸਪ੍ਰੈਸ ਕਰਨਗੇ, ਮੀਨਸ ਆਪਰੇਟਰ ਉਹਨੂੰ ਆਪਰੇਟ ਕਰਾਏਗਾ। ਹੁਣ ਆਪਰੇਟਰ ਸਵਿਚ ਔਨ ਜਾਂ ਆਫ ਕਿਵੇਂ ਹੁੰਦਾ ਇਹ ਅਸੀਂ ਫਰਦਰ ਪੜ੍ਹਦੇ ਹਾਂ, ਠੀਕ ਹੈ। ਉਹਦੇ ਨਾਲ ਪਿਆ ਪ੍ਰਮੋਟਰ ਜੀਨ। ਵੈਰੀ ਸਿੰਪਲ, ਪ੍ਰਮੋਟਰ ਦੀ ਤਾਂ ਸਾਨੂੰ ਪਹਿਲਾਂ ਤੋਂ ਹੀ ਪਤਾ ਸੀ, ਟਰਾਂਸਕ੍ਰਿਪਸ਼ਨ 'ਚ ਵੀ ਪੜ੍ਹਿਆ। ਪ੍ਰਮੋਟਰ ਜੀਨ ਉਹ ਜਗ੍ਹਾ ਹੈ ਜਿੱਥੇ ਆ ਕੇ RNA ਪੋਲੀਮਰੇਜ਼ ਐਂਜ਼ਾਈਮ ਨੇ ਲੱਗਣਾ ਹੈ ਅਤੇ ਫਰਦਰ ਕੀ ਬਣਨਾ? mRNA। ਮਤਲਬ ਟਰਾਂਸਕ੍ਰਿਪਸ਼ਨ ਦੀ ਸ਼ੁਰੂਆਤ ਹੋਣੀ ਹੈ ਨਾ, ਤਾਂ ਪ੍ਰਮੋਟਰ ਜੀਨ 'ਤੇ ਆ ਕੇ RNA ਪੋਲੀਮਰੇਜ਼ ਲੱਗੇਗੀ ਤਾਂ ਫਰਦਰ ਕੰਮ ਸਟਾਰਟ ਹੋ ਜਾਏਗਾ। ਇਹ ਸਿੰਪਲ ਹੈ। ਦੈਨ ਇਜ਼ ਰੈਗੂਲੇਟਰ ਜੀਨ, ਜਿਹਨੂੰ I ਨਾਲ ਅਸੀਂ ਲਿਖਿਆ ਹੋਇਆ। ਰੈਗੂਲੇਟਰ ਜੀਨ ਇੱਕ ਪ੍ਰੋਟੀਨ ਬਣਾਉਂਦੀ ਹੈ ਜਿਹਨੂੰ ਰਿਪਰੈਸਰ ਕਹਿੰਦੇ ਆ। ਰੈਗੂਲੇਟਰ ਜੀਨ ਇੱਕ ਦੇਖੋ, ਰੈਗੂਲੇਟਰ ਜੀਨ ਐਕਸਪ੍ਰੈਸ ਕਰਾ ਕੇ ਇੱਕ ਪ੍ਰੋਟੀਨ ਬਣਾਉਂਦੇ ਜਿਹਨੂੰ ਕੀ ਕਹਿੰਦੇ ਅਸੀਂ? ਰਿਪਰੈਸਰ। ਧਿਆਨ ਨਾਲ ਅੰਡਰਸਟੈਂਡ ਕਰਨਾ ਹੈ। ਜੇ ਰੈਗੂਲੇਟਰ ਜੀਨ ਨੇ ਰਿਪਰੈਸਰ ਬਣਾਤਾ, ਰਿਪਰੈਸਰ ਨੇ ਜਾ ਕੇ ਆਪਰੇਟਰ 'ਤੇ ਲੱਗ ਜਾਣਾ ਅਤੇ ਆਪਰੇਟਰ ਨੂੰ ਸਵਿਚ ਆਫ ਕਰ ਦੇਣਾ, ਠੀਕ ਹੈ। ਕਿਉਂਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਹਿਤਾ ਸੀ ਕਿ ਬੇਟਾ ਲੈਕ ਆਪੇਰੋਨ ਉਵੇਂ ਸਵਿਚ ਆਫ ਪਿਆ, ਬੰਦ ਪਿਆ, ਵਰਕ ਨਹੀਂ ਕਰ ਰਿਹਾ, ਇਹ ਜੀਨ ਐਕਸਪ੍ਰੈਸ ਨਹੀਂ ਕਰ ਰਿਹਾ, ਤਾਂ ਮਤਲਬ ਆਪਰੇਟਰ ਬੰਦ ਪਿਆ। ਹੁਣ ਆਪਰੇਟਰ ਨੂੰ ਬੰਦ ਕਿੰਨੇ ਕੀਤਾ? ਰੈਗੂਲੇਟਰ ਜੀਨ ਨੇ ਰਿਪਰੈਸਰ ਸੈਂਡ ਕੀਤਾ, ਬਣਾਇਆ ਐਕਸਪ੍ਰੈਸ ਕਰਕੇ, ਉਹਨੇ ਜਾ ਕੇ ਆਪਰੇਟਰ ਨੂੰ ਸਵਿਚ ਆਫ ਕਰਤਾ। ਰੈਗੂਲੇਟਰ ਜੀਨ ਨੇ ਕੀ ਬਣਾਇਆ? ਕਿਹੜਾ ਪ੍ਰੋਟੀਨ? ਰਿਪਰੈਸਰ, ਅਤੇ ਰਿਪਰੈਸਰ ਨੇ ਜਾ ਕੇ ਆਪਰੇਟਰ ਨੂੰ ਸਵਿਚ ਆਫ ਕਰ ਦਿੱਤਾ। ਹੁਣ ਆਪਰੇਟਰ ਸਵਿਚ ਔਨ ਕਿੱਦਾਂ ਹੋਏਗਾ ਅਸੀਂ ਫਰਦਰ ਦੇਖਦੇ ਹਾਂ। ਆਪਰੇਟਰ ਸਵਿਚ ਔਨ ਕਿੱਦਾਂ ਹੋਏਗਾ ਅਸੀਂ ਫਰਦਰ ਦੇਖਦੇ ਹਾਂ। ਪਹਿਲਾਂ ਤਾਂ ਇੱਥੇ ਇਹ ਅੰਡਰਸਟੈਂਡ ਕਰਨਾ ਸੀ ਕਿ ਰੈਗੂਲੇਟਰ ਦੁਆਰਾ ਰਿਪਰੈਸਰ ਰਿਲੀਜ਼ ਕੀਤਾ ਗਿਆ, ਐਕਸਪ੍ਰੈਸ ਕਰਕੇ ਬਣਾਇਆ ਗਿਆ, ਅਤੇ ਰਿਪਰੈਸਰ ਨੇ ਆਪਰੇਟਰ ਨੂੰ ਬੰਦ ਕਰਤਾ। ਠੀਕ ਹੋ ਗਿਆ ਜੀ। ਹੁਣ ਹੁੰਦਾ ਕੀ ਹੈ ਬੇਟਾ, ਇੱਕ ਹੋਰ ਸਬਸਟੈਂਸ ਹੁੰਦਾ, ਉਹਨੂੰ ਅਸੀਂ ਕਹਿੰਦੇ ਇੰਡਿਊਸਰ। ਕੀ ਕਹਿੰਦੇ ਅਸੀਂ ਉਹਨੂੰ? ਇੰਡਿਊਸਰ। ਇੰਡਿਊਸਰ ਕੌਣ ਹੈ, ਕਿੱਥੋਂ ਆਇਆ, ਅਸੀਂ ਹੁਣੇ ਡਿਸਕਸ ਕਰਾਂਗੇ। ਬਟ ਇੰਡਿਊਸਰ ਦਾ ਕੰਮ ਕੀ ਹੈ? ਇਹ ਰਿਪਰੈਸਰ ਨਾਲ ਬਾਈਂਡ ਕਰਦਾ, ਰਿਪਰੈਸਰ ਦੀ ਕੌਨਫੀਗਰੇਸ਼ਨ ਨੂੰ ਚੇਂਜ ਕਰਦਾ ਅਤੇ ਰਿਪਰੈਸਰ ਨੂੰ ਆਪਰੇਟਰ ਤੋਂ ਹਟਾਉਂਦਾ। ਜਦੋਂ ਹੀ ਰਿਪਰੈਸਰ ਆਪਰੇਟਰ ਤੋਂ ਹਟਿਆ ਤਾਂ ਫੰਕਸ਼ਨਿੰਗ ਸ਼ੁਰੂ ਹੋ ਜਾਏਗੀ। ਰੈਗੂਲੇਟਰ ਨੇ ਰਿਪਰੈਸਰ ਛੋੜ ਕੇ ਇਹਨੂੰ ਸਵਿਚ ਆਫ ਕੀਤਾ ਸੀ ਆਪਰੇਟਰ ਨੂੰ। ਇੰਡਿਊਸਰ ਆਉਂਦਾ, ਰਿਪਰੈਸਰ ਨੂੰ ਉੱਥੋਂ ਹਟਾਉਂਦਾ ਐਂਡ ਦਾ ਆਪੇਰੋਨ ਸਟਾਰਟਸ। ਆ ਦੇਖੋ, ਰਿਪਰੈਸਰ, ਇੰਡਿਊਸਰ ਆਇਆ, ਰਿਪਰੈਸਰ ਨੂੰ ਇਨਐਕਟੀਵੇਟ ਕੀਤਾ ਤਾਂ ਆਪੇਰੋਨ ਚੱਲ ਪਿਆ। ਜਦੋਂ ਆਪੇਰੋਨ ਚੱਲਿਆ, ਅੱਗੇ ਤੁਹਾਨੂੰ ਪਤਾ ਹੀ ਆਪਰੇਟਰ ਸਵਿਚ ਔਨ ਹੋ ਗਿਆ, RNA ਪੋਲੀਮਰੇਜ਼ ਆ ਕੇ ਪ੍ਰਮੋਟਰ 'ਤੇ ਲੱਗੀ, ZYA ਨੇ mRNA ਬਣਾਇਆ, mRNA ਤੋਂ ਫਰਦਰ ਕੀ ਬਣ ਗਏ? ਐਂਜ਼ਾਈਮਸ ਜਾਂ ਪ੍ਰੋਟੀਨਸ।
ਸੋ ਐਵੇਂ ਜਿਹੜਾ ਹੈ ਇਹ ਵਾਲਾ ਓਪੇਰੋਨ ਵਰਕ ਕਰਦਾ ਹੈ। ਸੋ ਬੇਟਾ ਇਹਦੀ ਫੰਕਸ਼ਨਿੰਗ ਕਿਵੇਂ ਚੱਲਦੀ ਹੈ, ਜੇ ਸਪੋਜ਼ ਅਸੀਂ ਈ ਕੋਲਾਈ ਨੂੰ ਇਹੋ ਜਿਹੇ ਮੀਡੀਅਮ 'ਚ ਗਰੋ ਕਰਾ ਰਹੇ ਹਾਂ ਜਿਹਦੇ 'ਚ ਆਪਾਂ ਲੈਕਟੋਜ਼ ਦੇ ਦਈਏ ਐਜ਼ ਅ ਮੀਡੀਅਮ, ਠੀਕ ਹੈ ਜੀ। ਆਪਾਂ ਜਿਸ ਮੀਡੀਅਮ ਦੇ ਵਿੱਚ ਈ ਕੋਲਾਈ ਨੂੰ ਗਰੋ ਕਰਾ ਰਹੇ ਹਾਂ ਅਤੇ ਆਪਾਂ ਸਪੋਜ਼ ਉਹਦੇ ਵਿੱਚ ਆਪਾਂ ਮੇਨਲੀ ਕਾਰਬਨ ਸੋਰਸ ਕਿਹੜਾ ਦਈਦਾ, ਜੇ ਆਪਾਂ ਕਿਸੇ ਚੀਜ਼ ਨੂੰ ਪੈਟਰੀ ਪਲੇਟ ਜਾਂ ਮੀਡੀਅਮ ਪਲੇਟ 'ਚ ਗਰੋ ਕਰਨਾ ਆਪਾਂ ਗਲੂਕੋਜ਼ ਦਿੰਦੇ ਹਾਂ, ਪਰ ਆਪਾਂ ਗਲੂਕੋਜ਼ ਇੱਥੇ ਨਹੀਂ ਦਿੰਦੇ, ਤਾਂ ਆਪਾਂ ਗਰੋਥ ਮੀਡੀਅਮ 'ਚ ਆਪ ਕੀ ਦੇ ਦਿੰਦੇ ਹਾਂ, ਲੈਕਟੋਜ਼। ਜਦੋਂ ਆਪਾਂ ਲੈਕਟੋਜ਼ ਦਿੱਤਾ ਈ ਕੋਲਾਈ ਨੂੰ ਗਰੋਥ ਮੀਡੀਅਮ 'ਚ, ਤਾਂ ਇਹਦੀ ਜਿਹੜੀ ਐਨਜ਼ਾਈਮ ਹੈ ਪਰਮੀਏਜ਼, ਇਹ ਲੈਕਟੋਜ਼ ਨੂੰ ਸੈੱਲ ਦੇ ਅੰਦਰ ਡਲਵਾ ਦੇਗੀ, ਅੰਦਰ ਐਂਟਰ ਕਰਵਾ ਦੇਗੀ, ਪਰਮੀਏਬਿਲਿਟੀ ਕਰਾ ਦੇਗੀ। ਜਦੋਂ ਲੈਕਟੋਜ਼ ਅੰਦਰ ਚਲਾ ਗਿਆ, ਹੇਅਰ ਇੰਪੋਰਟੈਂਟ ਥਿੰਗ, ਲੈਕਟੋਜ਼ ਐਕਟ ਐਜ਼ ਇੰਡਿਊਸਰ, ਲੈਕ ਓਪੇਰੋਨ ਦਾ ਇੰਡਿਊਸਰ ਲੈਕਟੋਜ਼ ਹੀ ਹੈ। ਸੋ ਲੈਕਟੋਜ਼ ਕਾਹਦਾ ਕੰਮ ਕਰਦਾ, ਇੰਡਿਊਸਰ ਦਾ। ਇੰਡਿਊਸਰ ਨੇ ਕੀ ਕੀਤਾ, ਰਿਪਰੈਸਰ ਨੂੰ ਉਹਦੇ ਨਾਲ ਐਕਟ ਕੀਤਾ, ਉਹਨੂੰ ਇਨਐਕਟੀਵੇਟ ਕੀਤਾ, ਓਪਰੇਟਰ ਤੋਂ ਹਟਾ ਲਿਆ। ਜਿੱਦਾਂ ਹੀ ਓਪਰੇਟਰ ਤੋਂ ਰਿਪਰੈਸਰ ਹਟਿਆ, ਫੰਕਸ਼ਨ ਸ਼ੁਰੂ ਹੋ ਗਿਆ। ਫੰਕਸ਼ਨ ਸ਼ੁਰੂ ਹੋਣ ਦਾ ਮਤਲਬ ਕਿ ZYA ਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ, ਕੀ ਹੋਇਆ, mRNA ਬਣਿਆ, ਅੱਗੇ ਪ੍ਰੋਟੀਨਸ ਬਣ ਗਏ। ਅਗੇਨ ਜੇ ਤਾਂ ਦੇਖੋ ਸਾਨੂੰ ਇੰਨਾ ਪਤਾ ਹੈ ਜਿਹੜਾ ਰੈਗੂਲੇਟਰ ਜੀਨ ਹੈ ਆਈ, ਇਹ ਲਗਾਤਾਰ ਰਿਪਰੈਸਰ ਛੋੜ ਰਿਹਾ, ਅਤੇ ਰਿਪਰੈਸਰ ਕਿੱਥੇ ਜਾ ਕੇ ਬਾਈਂਡ ਹੋ ਜਾਂਦਾ, ਓਪਰੇਟਰ 'ਤੇ, ਸਵਿਚ ਆਫ। ਓਪਰੇਟਰ ਜੇ ਸਵਿਚ ਆਫ ਹੋ ਗਿਆ, ਸਟਰਕਚਰਲ ਜੀਨ ਨੇ ਕੰਮ ਨਹੀਂ ਕਰਨਾ। ਹੁਣ ਜੇ ਅਸੀਂ ਈ ਕੋਲਾਈ ਨੂੰ ਜਿਸ ਮੀਡੀਅਮ 'ਚ ਗਰੋ ਕਰਾ ਰਹੇ ਹਾਂ, ਅਸੀਂ ਉਹ 'ਚ ਲੈਕਟੋਜ਼ ਦੇਤਾ, ਲੈਕਟੋਜ਼ ਹੇਅਰ ਐਕਟ ਐਜ਼ ਇੰਡਿਊਸਰ। ਅਤੇ ਜੇ ਲੈਕਟੋਜ਼ ਨੇ ਕੀ ਕੀਤਾ, ਰਿਪਰੈਸਰ ਨਾਲ ਬਾਈਂਡ ਕੀਤਾ, ਉਹਨੂੰ ਇਨਐਕਟੀਵੇਟ ਕੀਤਾ। ਜਿੱਦਾਂ ਹੀ ਇਹ ਇਨਐਕਟੀਵੇਟ ਹੋਇਆ, ਇੰਡਿਊਸਰ ਰਿਪਰੈਸਰ ਜਿਹਨੇ ਇੱਥੇ ਆਪਣਾ ਓਪਰੇਟਰ ਨੂੰ ਬੰਦ ਕੀਤਾ ਹੋਇਆ ਸੀ, ਰਿਪਰੈਸਰ ਓਪਰੇਟਰ ਤੋਂ ਹਟਿਆ, ਓਪਰੇਟਰ ਸਵਿਚ ਔਨ ਹੋ ਗਿਆ, ZYA ਨੇ ਫੰਕਸ਼ਨ ਕਰਨਾ ਸ਼ੁਰੂ ਕਰਤਾ ਐਂਡ ਦ ਪ੍ਰੋਡਕਟ ਸਟਾਰਟਸ ਫੋਰਮਿੰਗ, ਰਾਈਟ। ਸੋ ਰਿਪਰੈਸਰ ਜਿਹੜਾ ਹੈ ਉਹਨੂੰ ਹਟਾਉਣਾ ਇਸ ਓਪੇਰੋਨ ਨੂੰ ਸਟਾਰਟ ਕਰਨ ਲਈ ਜ਼ਰੂਰੀ ਹੈ, ਰਾਈਟ। ਸੋ ਇੰਡਿਊਸਰ ਦੀ ਪ੍ਰੈਜ਼ੈਂਸ ਦੇ ਵਿੱਚ, ਲੈਕਟੋਜ਼ ਦੀ ਪ੍ਰੈਜ਼ੈਂਸ ਦੇ ਵਿੱਚ ਉਹ ਕੰਮ ਕਰਨਾ ਸ਼ੁਰੂ ਕਰਦਾ ਹੈ, ਠੀਕ ਹੈ ਜੀ। ਸੋ ਜਿਹੜਾ ਗਲੂਕੋਜ਼ ਹੈ, ਇੱਕ ਗੱਲ ਹੋਰ ਅਸੀਂ ਇੱਥੇ ਮਾਈਂਡ 'ਚ ਰੱਖਣੀ ਨਹੀਂ ਹੈ, ਜਿਹੜਾ ਗਲੂਕੋਜ਼ ਅਤੇ ਗਲੈਕਟੋਜ਼ ਹੈ ਉਹ ਇਸ ਓਪੇਰੋਨ ਦੇ ਵਿੱਚ ਐਜ਼ ਅ ਇੰਡਿਊਸਰ ਕੰਮ ਨਹੀਂ ਕਰ ਸਕਦਾ, ਠੀਕ ਹੈ ਜੀ। ਕਹਿਣ ਦਾ ਮਤਲਬ ਇੱਕ ਗੱਲ ਧਿਆਨ ਨਾਲ ਸਮਝਿਓ, ਜੇ ਸਵਿਚ ਔਨ ਹੈ ਓਪੇਰੋਨ, ਠੀਕ ਹੈ, ਤਾਂ ਲੈਕਟੋਜ਼ ਟੁੱਟੀ ਜਾ ਰਿਹਾ ਇਨਟੂ ਗਲੂਕੋਜ਼ ਐਂਡ ਗਲੈਕਟੋਜ਼, ਠੀਕ ਹੈ। ਲੈਕਟੋਜ਼ ਜੇ ਖਤਮ ਹੋਈ ਜਾਏਗਾ ਤਾਂ ਜਲਦ ਹੀ ਇਹ ਓਪੇਰੋਨ ਬੰਦ ਹੋ ਜਾਏਗਾ। ਪਰ ਜੇ ਤੁਸੀਂ ਗਰੋਥ ਮੀਡੀਅਮ ਦੇ ਵਿੱਚ ਲੈਕਟੋਜ਼ ਦਓਗੇ ਤਾਂ ਫਿਰ ਉਹ ਇੰਡਿਊਸਰ ਦਾ ਕੰਮ ਕਰਕੇ ਇਹਨੂੰ ਦੁਬਾਰਾ ਤੋਂ ਸਵਿਚ ਔਨ ਕਰ ਦੇਗਾ। ਮੀਨਸ ਦੇਖੋ ਲੈਕਟੋਜ਼ ਇੱਥੇ ਕਿੱਦਾਂ ਦਾ ਫੰਕਸ਼ਨ ਪਲੇ ਕਰ ਰਿਹਾ ਕਿ ਇਹਨੇ ਸਟਾਰਟ ਵੀ ਕਰਨਾ ਹੈ ਇਸ ਓਪੇਰੋਨ ਨੂੰ, ਅਤੇ ਇੱਥੇ ਕੰਜ਼ਿਊਮ ਹੋ ਕੇ ਜੇ ਖਤਮ ਹੋ ਗਿਆ ਫਿਰ ਬੰਦ ਵੀ ਹੋ ਜਾਏਗਾ, ਠੀਕ ਹੈ। ਸੋ ਬੇਟਾ ਦਿਸ ਓਪੇਰੋਨ ਯੂਜੂਅਲੀ ਅਕਰਜ਼ ਇਨ ਕੈਟਾਬੋਲਿਕ ਪਾਥਵੇਜ਼। ਕੈਟਾਬੋਲਿਜ਼ਮ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ, ਜਦੋਂ ਕੋਈ ਕੰਪਲੈਕਸ ਸਬਸਟੈਂਸ ਸਿੰਪਲ 'ਚ ਬ੍ਰੇਕ ਕਰਦਾ। ਸੋ ਮੇਨਲੀ ਕੈਟਾਬੋਲਿਕ ਪਾਥਵੇਜ਼ ਦੇ ਵਿੱਚ ਇਹ ਵਾਲਾ ਓਪੇਰੋਨ ਸਿਸਟਮ ਸਾਡੇ ਕੋਲ ਚੱਲਦਾ। ਤਾਂ ਜਿਹੜੀ ਇਹਦੀ ਰੈਗੂਲੇਸ਼ਨ ਹੈ ਬਾਏ ਰਿਪਰੈਸਰ, ਮੈਂ ਇੱਥੇ ਇੱਕ ਗੱਲ ਥੋੜ੍ਹੇ ਧਿਆਨ ਨਾਲ ਤੁਸੀਂ ਇੱਥੇ ਅੰਡਰਸਟੈਂਡ ਕਰਨੀ ਹੈ, ਜਿਹੜੀ ਇਸ ਸਿਸਟਮ ਦੀ ਰੈਗੂਲੇਸ਼ਨ ਹੈ ਬਾਏ ਰਿਪਰੈਸਰ, ਰਿਪਰੈਸਰ ਇਹਨੂੰ ਕੀ ਕਰਦਾ, ਬੰਦ। ਸੋ ਇਹਨੂੰ ਨੈਗੇਟਿਵ ਰੈਗੂਲੇਸ਼ਨ ਕਹਿੰਦੇ ਆ। बट लैक ओपेरॉन इज़ अंडर द कंट्रोल ऑफ पॉजिटिव रेगूलेशन एज वैल, जो कि +2 की रेंज तो बाहर है, असी इत्थे नहीं इन्हू डिटेल च डिस्कस करना। बट जे रिप्रैसर तक की गल करिए तो नैगेटिव रेगूलेशन है, बट दिस लैक ओपेरॉन इज़ अंडर द कंट्रोल ऑफ पॉजिटिव रेगूलेशन एज वैल, ठीक है जी।